ਇਹ ਫਰਕ ਪੈਂਦਾ ਕਿ ਤੁਸੀਂ ਨਾਮ ਸਿਮਰਨ ਦੇ ਨਾਲ ਨਾਲ ਆਪਣੇ ਮਨ ਨੂੰ ਸਾਧਣਾ, ਤੁਹਾਨੂੰ ਸਮਝ ਆਏਗੀ ਹੌਲੀ ਹੌਲੀ। ਸੋ ਇੱਕ ਤੇ ਇਹ ਗੱਲ ਹੋ ਗਈ। ਉਸ ਤੋਂ ਬਾਅਦ ਦੇ ਵਿੱਚ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ ਵੀ ਇਹ ਕਿਰਪਾ ਕਰਦੇ ਸਨ। ਇੱਕ ਦਿਨ ਮੈਨੂੰ ਯਾਦ ਹੈ ਕਿ ਅਸੀਂ ਗਵਾਲੀਅਰ ਦੇ ਦੌਰੇ ਤੇ ਸੀਗੇ, MP ਦੇ ਦੌਰੇ ਤੇ। ਸਤਿਗੁਰੂ ਜੀ ਬਖਸ਼ਿਸ਼ ਕੀਤੀ, ਅਸੀਂ ਕੁਝ ਸੱਜਣ ਮੇਰੇ ਨਾਲ ਸਨ। ਸਤਿਗੁਰੂ ਜੀ ਮੌਜ ਵਿੱਚ ਆਏ, ਸਤਿਗੁਰੂ ਉਦੇ ਸਿੰਘ ਜੀ ਤੇ ਹੁਕਮ ਕੀਤਾ ਕਿ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਨਾਮ ਸਿਮਰਨ ਕਿੱਦਾਂ ਕਰਦੇ ਹੋ। ਤੇ ਮੈਂ ਅਰਜ਼ ਕੀਤੀ ਜੀ ਵੀ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਆ ਕਰਦੇ ਸਨ, ਸਤਿਗੁਰੂ ਜਗਜੀਤ ਸਿੰਘ ਜੀ। ਫਿਰ ਮੈਨੂੰ ਯਾਦ ਆ ਗਿਆ, ਮੈਂ ਭੁੱਲ ਨਾ ਜਾਵਾਂ, ਕਿ ਇੱਕ ਵਾਰ ਇੱਕ ਮੌਕਾ ਬਣਿਆ ਸੀਗਾ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਅਸੀਂ ਅੰਮ੍ਰਿਤ ਵੇਲੇ, ਜਿੱਦਾਂ ਮੈਂ ਦੱਸਿਆ ਕਿ ਪ੍ਰਯੋਗ ਦੇ ਵਿੱਚ ਜਾਂਦੇ ਹੁੰਦੇ ਸੀ, ਤੇ ਸਤਿਗੁਰੂ ਜੀ ਦੇ ਕੋਲ ਬੈਠੇ ਅਸੀਂ ਨਾਮ ਸਿਮਰਨ ਕਰ ਰਹੇ ਸੀ। ਤੇ ਸੱਚੇ ਪਾਤਸ਼ਾਹ ਜੀ ਆਪ ਰਸਨਾ ਹਿਲਾ ਕੇ ਸਤਿਗੁਰੂ ਜਗਜੀਤ ਸਿੰਘ ਜੀ ਕਿਰਪਾ ਕੀਤੀ ਤੇ ਦੱਸਿਆ ਕਿ ਨਾਮ ਸਿਮਰਨ ਇੱਦਾਂ ਕਰਨਾ। ਸੋ ਮੈਂ ਬੜੇ ਚੰਗੇ ਕਰਮ ਭਾਗ ਨੇ ਕਿ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਇਹ ਬਖਸ਼ਿਸ਼ ਕੀਤੀ। ਸੋ ਆਪਾਂ ਫਿਰ ਉੱਥੇ ਆਉਂਦੇ ਕਿ ਅਸੀਂ ਗਵਾਲੀਅਰ ਬੈਠੇ ਸੀ ਹਜ਼ੂਰ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ, ਤੇ ਪਾਤਸ਼ਾਹ ਜੀ ਹੁਕਮ ਕੀਤਾ ਕਿ ਤੁਸੀਂ ਦੱਸੋ ਨਾਮ ਸਿਮਰਨ ਕਿੱਦਾਂ ਕਰਦੇ ਹੋ। ਤੇ ਅਸੀਂ ਅਰਜ਼ ਕੀਤੀ ਕਿ ਇਸ ਤਰ੍ਹਾਂ ਕਰਦੇ ਹਾਂ। ਫਿਰ ਸਤਿਗੁਰੂ ਜੀ ਆਪ ਹੁਕਮ ਕੀਤਾ ਕਿ ਤੁਸੀਂ ਨਾਮ ਸਿਮਰਨ ਕਰਨ ਲੱਗਿਆਂ ਸਭ ਤੋਂ ਪਹਿਲਾਂ ਇਹ ਧਿਆਨ ਦੇਣਾ ਕਿ ਤੁਹਾਡਾ ਮਨ ਹੈ ਜਿਹੜਾ ਉਹ ਸਥਿਰ ਹੋਣਾ ਚਾਹੀਦਾ। ਜਿਹੜਾ ਜਿਸ ਤਰ੍ਹਾਂ ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕੀਤਾ, ਉਸੇ ਤਰ੍ਹਾਂ ਹੀ ਇਹ ਹਜ਼ੂਰ ਸਤਿਗੁਰੂ ਜੀ ਹੁਕਮ ਕੀਤਾ ਕਿ ਕੰਨਾਂ ਨੂੰ ਤੁਹਾਡੇ ਅੱਖਰ ਚੌਖਰੇ ਸੁਣਨੇ ਚਾਹੀਦੇ ਨੇ, ਤੁਹਾਡਾ ਸੁਣਨ ਵੱਲ ਨੂੰ ਧਿਆਨ ਹੋਣਾ ਚਾਹੀਦਾ। ਫਿਰ ਤੁਹਾਡਾ ਲੱਕ ਸਿੱਧਾ ਹੋਵੇ ਤੇ ਤੁਸੀਂ ਜਿਸ ਤਰ੍ਹਾਂ ਪੂਰੇ ਅਟੈਂਸ਼ਨ ਕਹਿ ਲਓ, ਇਸ ਤਰ੍ਹਾਂ ਬੈਠੇ ਹੋਵੋ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਫਿਰ ਤੁਸੀਂ ਆਪਣੇ ਸਾਹ ਵੱਲ ਨੂੰ ਧਿਆਨ ਦੇਣਾ, ਤੁਹਾਡਾ ਸਾਹ ਕਿੱਥੇ ਚੱਲ ਰਿਹਾ, ਕਿੱਦਾਂ ਚੱਲ ਰਿਹਾ। ਸੋ ਵਵੇ ਨੂੰ ਕੰਨੇ ਦਾ ਜਿਹੜਾ ਉਚਾਰਨ ਹੈ ਉਹ ਤੁਹਾਡੇ ਨੇਵਲ ਤੋਂ, ਤੁਹਾਡੀ ਧੁਨੀ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਸਾਹ ਦੀ ਪ੍ਰਕਿਰਿਆ ਜਦੋਂ ਚੱਲ ਰਹੀ ਹੈ ਤੇ ਇੱਥੋਂ ਸਾਹ ਸ਼ੁਰੂ ਹੋਏਗਾ। ਫਿਰ ਛਾਤੀ ਤੇ ਆ ਕੇ ਫਿਰ ਹਾਹੇ ਨੂੰ ਸਿਹਾਰੀ ਦੀ ਉਹ ਆਵਾਜ਼ ਤੁਹਾਨੂੰ ਮਹਿਸੂਸ ਹੋਏਗੀ, ਤੁਹਾਡਾ ਸਾਹ ਇੱਥੇ ਜਦੋਂ ਹੋਏਗਾ। ਫਿਰ ਗਲੇ ਦੇ ਵਿੱਚ ਤੁਸੀਂ ਗੱਗੇ ਨੂੰ ਔਂਕੜ ਜਿੱਦਾਂ ਉਹ ਤੁਸੀਂ ਬੁਲਾਓਗੇ। ਫਿਰ ਰੂਹ ਦੀ ਜਿਹੜੀ ਆਵਾਜ਼ ਹੈ ਉਹ ਰਾਰੇ ਨੂੰ ਦੁਲੈਂਕੜ ਦੀ ਤਾਲੂ 'ਚੋਂ ਤੁਹਾਨੂੰ ਇੱਥੋਂ ਉਹ ਮਹਿਸੂਸ ਹੁੰਦੀ ਹੈ। ਉਹ ਪਰ ਇੱਕ ਅਵਸਥਾ ਹੈ ਜਦੋਂ ਤੁਸੀਂ ਉਹ 'ਤੇ ਅਭਿਆਸ ਕਰਦੇ ਹੋ, ਕਿਉਂਕਿ ਕੋਈ ਵੀ ਕੰਮ ਹੈ ਦੁਨੀਆ ਦੇ ਵਿੱਚ ਤੇ ਉਹਦੇ ਵਿੱਚ ਅਭਿਆਸ ਬਹੁਤ ਜ਼ਰੂਰੀ ਹੈ। ਸੋ ਇਹਦੇ ਵਿੱਚ ਤੇ ਸੱਚੇ ਪਾਤਸ਼ਾਹ ਜੀ ਆਖਿਆ ਕਿ ਜਿੰਨੀ ਨਾਮ ਧਿਆਇਆ ਗਏ ਮੁਸੱਕਤ ਕਾਲ। ਹਾਂਜੀ, ਆਪਾਂ ਰੋਜ਼ ਪੜ੍ਹਦੇ ਹਾਂ। ਤੇ ਉਹ ਜਿਨ੍ਹਾਂ ਨੇ ਨਾਮ ਸਿਮਰਨ ਦੇ ਲਈ ਮਿਹਨਤ ਮੁਸ਼ੱਕਤ ਘਾਲ ਘਾਲੀ, ਉਹ ਉਹਨਾਂ ਦੇ ਕਹਿੰਦੇ ਕਿ ਨਾਨਕ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਨਾਨਕ ਤੇ ਮੁਖ ਉਜਲੇ ਤੇ ਕੇਤੀ ਛੁੱਟੀ ਨਾਲ ਉਹਨਾਂ ਦੇ ਨਾਲ ਕਿੰਨੇ ਹੀ ਤਰ ਜਾਂਦੇ ਨੇ। ਫਿਰ ਪਰ ਇਸ ਵਿਧੀ ਨਾਲ ਸਾਨੂੰ ਉਹਦੇ 'ਤੇ ਅਭਿਆਸ ਕਰਨਾ ਪਏਗਾ, ਕਿਉਂਕਿ ਉਹਨਾਂ ਆਖਿਆ ਕਿ ਆਖਣ ਔਖਾ ਸਾਚਾ ਨਾਉ। ਅਤੇ ਉਹ ਨਾਮ ਸਿਮਰਨ ਇਸ ਤਰ੍ਹਾਂ ਸਤਿਗੁਰੂ ਜੀ ਦੀ ਰਜਾ ਹੁੰਦੀ ਹੈ ਅਤੇ ਇਸ ਤਰ੍ਹਾਂ ਕੀਤਾ ਜਾਣਾ ਚਾਹੀਦਾ। ਫਿਰ ਉਹ ਫਲੀਭੂਤ ਹੁੰਦਾ। ਉਹਦੇ ਨਾਲ ਇੱਕ ਮੈਂ ਅਰਜ਼ ਜ਼ਰੂਰ ਕਰਾਂਗਾ ਕਿ ਮੈਨੂੰ ਜੋ ਗੁਰੂ ਨੇ ਸੁਝਾਇਆ ਕਿ ਮੰਗ ਨਹੀਂ ਰੱਖਣੀ ਕੋਈ, ਕਿਉਂਕਿ ਸਾਡੀਆਂ ਮੰਗਾਂ ਦੁਨਿਆਵੀ ਮੰਗਾਂ ਨੇ, ਇਹ ਛੋਟੀ ਮੰਗ ਹੈ। ਅਤੇ ਜੋ ਉਹਨੇ ਦੇਣਾ ਹੈ ਨਾ, ਉਹ ਫਿਰ ਕਹਿੰਦੇ ਨੇ ਕਿ ਨਾਨਕ ਸਾਖ ਕਰਮਾਤ ਸਾਹਿਬ ਤੁੱਠਾ ਜੋ ਮਿਲਿਆ। ਜੋ ਉਹ ਦਿੰਦਾ ਉਹ ਕਰਾਮਾਤ ਹੈ, ਜੋ ਖੁਸ਼ ਹੋ ਕੇ ਦਿੰਦਾ ਉਹ ਕਰਾਮਾਤ ਹੈ। ਉਹ ਪਹਿਲੀ ਤੁਕ 'ਚ ਕਹਿੰਦੇ ਨੇ ਕਿ ਇਹ ਕਿਨੇਹੀ ਦਾਤ ਆਪਸ 'ਤੇ ਜੋ ਪਾਈ ਹੈ, ਜਿਹੜੀ ਮੰਗ ਕੇ ਲਈ ਇਹ ਕਿਹੜੀ ਦਾਤ ਹੋ ਗਈ। ਇਸ ਕਰਕੇ ਮੇਰੀ ਇਹ ਸੋਚਣੀ ਹੈ ਕਿ ਮੰਗਣਾ ਨਹੀਂ ਚਾਹੀਦਾ ਕੁਛ ਵੀ ਨਾਮ ਸਿਮਰਨ ਕਰਕੇ, ਕਿਉਂਕਿ ਇਹ ਅਨਮੋਲ ਹੈ, ਇਹਦਾ ਮੁੱਲ ਨਹੀਂ ਨਾਮ ਸਿਮਰਨ ਦਾ। ਅਤੇ ਜੇ ਆਪਾਂ ਇਸ ਵਿਧੀ ਅਨੁਸਾਰ ਕਰਕੇ ਤੇ ਇਹਦਾ ਮੁੱਲ ਪਾ ਦਿੱਤਾ ਤਾਂ ਫਿਰ ਉਹ ਕਿਸੇ ਵੀ ਦੁਨਿਆਵੀ ਚੀਜ਼ ਨਾਲ ਤੇ ਉਹ ਉਹਨਾਂ ਮੁੱਲ ਹੈ ਹੀ ਨਹੀਂ ਨਾ ਉਹਦਾ। ਅਤੇ ਉਹ ਅਗਿਆਨਤਾ ਹੋਈ ਕਿ ਜੇ ਅਸੀਂ ਕੁਝ ਮੰਗਾਂਗੇ। ਸੋ ਮੰਗਣਾ ਨਹੀਂ ਕੁਝ। ਮੈਂ ਇਸ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਦੇ ਹੁੰਦੇ ਸਨ। ਇੱਕ ਆਪ ਜੀ ਸਾਜ਼ ਸਾਰੇ ਵਜਾਉਂਦੇ ਹੋ, ਹਜ਼ੂਰੀ ਕੀਰਤਨ ਵਿੱਚ, ਵਾਰ ਵਿੱਚ, ਦੀਵਾਨ ਵਿੱਚ। ਇੱਕ ਅਨੋਖੀ ਚੀਜ਼ ਜਿਹੜੀ ਬੜੀ ਪਹਿਲੇ ਸੰਤ ਖਜਾਨ ਸਿੰਘ ਹੁੰਦੇ ਸੀ, ਤਬਲਾ ਜਿਹੜਾ ਵਜਾਉਂਦੇ ਹੁੰਦੇ ਸੀ, ਉਹ ਤਬਲੇ ਦੇ ਨਾਲ ਘੁੰਗਰੂ ਵੀ ਵਜਾਉਂਦੇ ਨੇ। ਅਤੇ ਉਹ ਆਪ ਜੀ ਕਿਰਪਾ ਕਰਦੇ ਹੋ ਵਜਾਉਣ ਦੀ, ਅਤੇ ਇਹਦੇ 'ਤੇ ਕੁਛ ਰੋਸ਼ਨੀ ਪਾਓ।
ਇਹ ਸਭ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ। ਇਹ ਉਹਨਾਂ ਦੀ ਹੀ ਦੂਰਅੰਦੇਸ਼ੀ, ਉਹਨਾਂ ਦੀ ਹੀ ਬਖਸ਼ਿਸ਼ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਕੋਲ ਜਿੱਦਾਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਾਨੂੰ ਆਪ ਕਿਰਪਾ ਕਰਕੇ ਤੇ ਕੀਰਤਨ ਦੇ ਵਿੱਚ ਬਿਠਾਉਣਾ ਤੇ ਬਖਸ਼ਿਸ਼ ਕਰਨੀ ਤੇ ਕੀਰਤਨ ਕਰਨ ਦਾ ਢੰਗ ਦੱਸਣਾ, ਨਿੱਕੀਆਂ ਨਿੱਕੀਆਂ ਬਰੀਕੀਆਂ ਬਾਰੇ ਦੱਸਣਾ। ਤੇ ਸਤਿਗੁਰੂ ਜੀ ਦੀ ਇਹ ਬਹੁਤ ਰਜਾ ਹੁੰਦੀ ਸੀ ਕਿ ਜਿਹੜਾ ਸਾਡਾ ਪੁਰਾਣਾ ਸੱਭਿਆਚਾਰ ਹੈ, ਜੋ ਸਾਡਾ ਮਰਿਆਦਾ ਹੈ ਗੁਰੂ ਘਰ ਦੀ, ਉਹ ਕੀਰਤਨ ਦੀ ਖੁਸ਼ਬੂ ਉਹ ਜ਼ਰੂਰ ਰਵੇ ਸਾਡੇ ਵਿੱਚ, ਸਾਡੇ ਬੱਚਿਆਂ ਵਿੱਚ ਅੱਗੋਂ। ਤੇ ਉਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ ਤੇ ਮੇਰੇ ਪਿਤਾ ਜੀ ਸੰਤ ਸ਼ੇਰ ਸਿੰਘ ਜੀ ਰਾਗੀ, ਉਹਨਾਂ ਨੂੰ ਹੁਕਮ ਕੀਤਾ ਕਿ ਜਿਸ ਤਰ੍ਹਾਂ ਖਜਾਨ ਸਿੰਘ ਨਾਲ ਘੁੰਗਰੂ ਵਜਾਉਂਦੇ ਨੇ ਨਾ, ਉਸ ਤਰ੍ਹਾਂ ਦੇ ਘੁੰਗਰੂ ਤੇ ਇਹਨੂੰ ਸ਼ਾਮ ਸਿੰਘ ਨੂੰ ਲੈ ਕੇ ਦਿਓ। ਮੈਨੂੰ ਸੱਚੇ ਪਾਤਸ਼ਾਹ ਜੀ ਸ਼ਾਮਾਂ ਕਹਿੰਦੇ ਹੁੰਦੇ ਸਨ ਪਿਆਰ ਨਾਲ। ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਕਿ ਸ਼ਾਮੇ ਨੂੰ ਲੈ ਕੇ ਦਿਓ ਤੇ ਇਹ ਤੁਸੀਂ ਘੁੰਗਰੂ ਵਜਾਇਆ ਕਰੇ ਨਾਲ। ਤੇ ਮੇਰਾ ਜੀ ਕਰਦਾ ਕਿ ਇਹ ਉਸ ਤਰ੍ਹਾਂ ਘੁੰਗਰੂ ਵਜਾਇਆ ਕਰੇ। ਫਿਰ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ, ਥੋੜ੍ਹੇ ਦਿਨਾਂ ਬਾਅਦ ਆਪ ਹੀ ਬਖਸ਼ਿਸ਼ ਕਰਕੇ ਤੇ ਉਹ ਮੈਨੂੰ ਘੁੰਗਰੂ ਬਣਵਾ ਕੇ ਤੇ ਉਹ ਬਖਸ਼ਿਸ਼ ਕੀਤੀ ਸੱਚੇ ਪਾਤਸ਼ਾਹ ਜੀ ਨੇ। ਤੇ ਹੁਕਮ ਕੀਤਾ ਕਿ ਤੂੰ ਘੁੰਗਰੂ ਵਜਾਇਆ ਕਰ ਜਦੋਂ ਵੀ ਕੀਰਤਨ ਕਰਨਾ। ਫਿਰ ਸੱਚੇ ਪਾਤਸ਼ਾਹ ਜੀ ਇੰਨੇ ਖੁਸ਼ ਹੁੰਦੇ ਸਨ। ਮੈਨੂੰ ਯਾਦ ਹੈ ਕਿ ਸਭ ਤੋਂ ਪਹਿਲਾਂ ਇੱਕ ਜਿਹੜਾ ਕਾਰਡਲੈਸ ਮਾਈਕ ਹੁੰਦਾ ਨਾ, ਤਾਰ ਵਾਲਾ, ਅੰਦਰੋਂ ਦੀ ਤਾਰ ਪਾ ਕੇ ਤੇ ਉਹ ਛੋਟਾ ਜਿਹਾ ਮਾਈਕ ਹੁੰਦਾ, ਲੈਪਲ। ਅੱਛਾ ਜੀ। ਤੇ ਉਹ ਵਾਲਾ ਮਾਈਕ ਸੱਚੇ ਪਾਤਸ਼ਾਹ ਜੀ ਸਪੈਸ਼ਲੀ ਹੁਕਮ ਕੀਤਾ ਕਿ ਮੈਨੂੰ ਘੁੰਗਰੂਆਂ ਦੀ ਆਵਾਜ਼ ਸਪੈਸ਼ਲੀ ਸੁਣਨੀ ਚਾਹੀਦੀ ਹੈ। ਤੇ ਕੋਈ ਇਸ ਤਰ੍ਹਾਂ ਦਾ ਮਾਈਕ ਨਹੀਂ ਹੈਗਾ ਕਿ ਜਿਹਦੇ ਨਾਲ ਉਹ ਘੁੰਗਰੂਆਂ ਦੇ ਕੋਲ ਲੱਗੇ ਤੇ ਆਵਾਜ਼ ਪੂਰੀ ਆਵੇ, ਵੱਧ ਆਵੇ ਆਵਾਜ਼। ਤੇ ਸੱਚੇ ਪਾਤਸ਼ਾਹ ਜੀ ਉਹ ਆਰਡਰ ਕਰਕੇ, ਉਹ ਹੁਕਮ ਕਰਕੇ ਤੇ ਉਹ ਮੰਗਵਾਇਆ ਸਪੈਸ਼ਲੀ। ਫਿਰ ਉਹ ਘੁੰਗਰੂਆਂ ਦੇ ਨਾਲ ਉਹ ਜਿੱਦਾਂ ਉਹਦੇ ਸਟੈਪਲ ਕਰਕੇ ਨਾ, ਉਹਨੂੰ ਵੱਧੀ ਦੇ ਨਾਲ, ਤਬਲੇ ਦੇ ਨਾਲ, ਤੇ ਉਹ ਉਹਦੇ ਨਾਲ ਲਾਉਣਾ। ਤੇ ਸੱਚੇ ਪਾਤਸ਼ਾਹ ਜੀ ਫਿਰ ਜਦੋਂ ਮਾਈਕ ਲਵਾਇਆ ਤੇ ਸੱਚੇ ਪਾਤਸ਼ਾਹ ਹੁਕਮ ਕੀਤਾ, ਬਹੁਤ ਵਧੀਆ। ਆਪ ਜੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਬੜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਤਿਗੁਰੂ ਉਦੇ ਸਿੰਘ ਜੀ ਹਾਜ਼ਰਾ ਹਜ਼ੂਰ, ਉਹਨਾਂ ਦੀ ਵੀ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜਗਜੀਤ ਸਿੰਘ ਜੀ ਜਿਵੇਂ ਆਪ ਜੀ ਨੂੰ ਬੱਚਿਆਂ ਵਕਨ ਰੱਖਿਆ, ਹਰ ਚੀਜ਼ਾਂ ਸਮਝਾਉਂਦੇ ਸੀ ਤੇ ਗੁਰਬਾਣੀ ਪੜ੍ਹਨ ਤੇ ਗੁਰਬਾਣੀ ਦੇ ਪ੍ਰਚਾਰ ਵਾਸਤੇ, ਉਹਦੇ ਵਾਸਤੇ ਕੁਝ ਰੋਸ਼ਨੀ ਪਾਓ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਜੀਵਨ ਸੀਗਾ ਨਾ ਜੀ, ਉਹ ਇਸ ਤਰ੍ਹਾਂ ਸੀ ਕਿ ਜੋ ਗੁਰਬਾਣੀ 'ਚ ਲਿਖਿਆ ਹੈ ਸਤਿਗੁਰੂ ਵੱਡੇ ਸੱਚੇ ਪਾਤਸ਼ਾਹ ਜੀ ਨੇ, ਪਹਿਲੇ ਸੱਚੇ ਪਾਤਸ਼ਾਹ ਜੀ ਨੇ, ਉਹ ਇਨ ਬਿਨ ਉਸ ਤਰ੍ਹਾਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਜੀਵਨ ਸੀ। ਤੇ ਜਿਸ ਤਰ੍ਹਾਂ ਸਤਿਗੁਰੂ ਜੀ ਦੀ ਰਜਾ ਹੁੰਦੀ ਸੀਗੀ ਕਿ